सतनाम श्री वाहिगुरु साहिब जी। मघर माहे सुहंदिया हर पिर संग बैठड़िया तिन की शोभा क्या गणी जे साहिब मेलड़िया मघिर माहे सुहंदिया हर पिर संग बैठड़िया तिन की शोभा क्या गणी जे साहिब मेलड़िया तन मन मौलिया राम स्यो संग साध सहेलड़िया साध जना ते बाहरी से रहन अकेलड़िया तिन दुख ना कबहू उतरै से जम कै वस पड़िया जिन्नी राविया प्रभ अपना से दिसना नित खड़िया रतन जवे हर लाल हर कंठ तिन्ना जड़िया नानक बाछै धूड़ तिन्ना प्रभ सरणी दर पड़िया मघिर प्रभ आराधना बहुड़ न जनमड़िया नानक बाछै धूड़ तिन्ना प्रभ सरणी दर पड़िया मघिर प्रभ आराधना बहुड़ न जनमड़िया। वाहिगुरु जी का खालसा वाहिगुरु जी की फतेह। धन धन चवर छतर तख्त दे मालक हाजर नाजर प्रतख गुरु दसां पातशाहियां दी जोत ज्ञान दे सागर सारी ही कायनात दे सांझे राइबर जुग जुग अटल निमाणियां दे मान निताणियां दे ताण न्योटियां दी ओट निआसरियां दे आसरे धन धन साहिब श्री गुरु ग्रंथ साहिब सच्चे पातशाह जी। सतगुरां जी दी पावन पवित्र हजूरी अंदर सुभाएमान सतगुरां जी दी साजी निवाजी गुरु रूप गुरु प्यारी साध संगत जी बड़े वड्डे भाग हन जो कि सत संगत दीयां घड़ियां प्राप्त होईयां। धन साहिब श्री गुरु ग्रंथ साहिब सच्चे पातशाह जी दे दर्शन दारे करन दा सुभागा समा प्राप्त होया है। बाणी पढ़न दा बाणी सुनन दा गुरु घर दी सेवा संगत दे दर्शन दिदारे ये अमोलक दाता हन। अमोलक तो भाव के सतसंगत जी ये मुल नहीं मिलदियां, ये उदों ही मिलदियां जदों सतगुरु जी त्रुठदे हन।
ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੇ ਹਰਿਆ। ਮਨੁੱਖ ਆਪਣੀਆਂ ਚਤੁਰਾਈਆਂ, ਸਿਆਣਪਾਂ, ਮਾਇਆ ਤੇ ਸਤਾ ਦੇ ਜ਼ੋਰ ਦੇ ਨਾਲ ਇਹ ਦਾਤਾਂ ਹਾਸਲ ਨਹੀਂ ਕਰ ਸਕਦਾ। ਵੱਡੇ ਵੱਡੇ ਮਾਇਆ ਧਾਰੀ ਇਹਨਾਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਸਤ ਸੰਗਤ ਜੀ। ਵੱਡੇ ਵੱਡੇ ਸਤਾ ਧਾਰੀ ਇਹਨਾਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਹਨ ਸਤ ਸੰਗਤ ਜੀ। ਇਹ ਤੇ ਉਹਨਾਂ ਦੇ ਉੱਤੇ ਕਿਰਪਾ ਹੁੰਦੀ ਹੈ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਆਵਾਜ਼ ਮਾਰੀ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਤੇ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਗੁਰੂ ਦੀ ਆਵਾਜ਼ ਸੁਣ ਕੇ ਮੰਨੀ ਹੈ। ਸਤ ਸੰਗਤ ਜੀ, ਸਤਿਗੁਰ ਹਰ ਰੋਜ਼ ਆਵਾਜ਼ ਮਾਰਦੇ ਜੇ। ਉਹ ਵੱਖਰੀ ਗੱਲ ਕਿ ਅਸੀਂ ਅਣਸੁਣਿਆ ਕਰ ਦਿੰਦੇ ਹਾਂ, ਸੁਣ ਕੇ ਵੀ ਨਹੀਂ ਮੰਨਦੇ। ਸਤਿਗੁਰੂ ਜੀ ਹਰ ਰੋਜ਼ ਆਵਾਜ਼ ਮਾਰਦੇ ਜੇ। ਹਰ ਰੋਜ਼ ਗੁਰੂ ਘਰੋਂ ਆਵਾਜ਼ ਆਉਂਦੀ ਹੈ, ਗੁਰੂ ਦਿਆ ਸਿੱਖਾ ਸੁਣ, ਆਵੋ ਗੁਰਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਤੇ ਫਿਰ ਗੁਰਮੁਖੋ ਗੁਰੂ ਦੇ ਪਿਆਰੇ ਉਦਮ ਕਰਦੇ ਹਨ, ਗੁਰ ਕਿਰਪਾ ਤੇ ਸੇ ਜਨ ਜਾਗੇ। ਗੁਰੂ ਦੀ ਕਿਰਪਾ ਦੇ ਸਦਕਾ ਜਾਗ ਆਉਂਦੀ ਹੈ। ਆ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ, ਸੰਗਤ ਦੇ ਦਰਸ਼ਨ ਦਿਦਾਰੇ, ਬਾਣੀ ਪੜ੍ਹਨ ਸੁਣਨ ਦਾ ਸੁਭਾਗਾ ਸਮਾਂ ਮਿਲਦਾ ਹੈ, ਵੱਡੀ ਦਾਤ ਹੈ ਵੱਡੀ। ਸੋ ਸਤ ਸੰਗਤ ਜੀ, ਅੱਜ ਆਪਾਂ ਸੰਕਰਾਂਤ ਦੇ ਦਿਹਾੜਿਆਂ ਨੂੰ ਮੁੱਖ ਰੱਖ ਕਰਕੇ ਇਕੱਤਰ ਹੋਏ ਹਾਂ। ਓਟ ਆਸਰਾ ਲਿਆ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਇਹ ਬਖਸ਼ਿਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਰ ਉਪਕਾਰ ਹਨ ਸਾਡੇ ਉੱਤੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਰ ਉਪਕਾਰ ਹਨ ਸਾਡੇ ਉੱਤੇ ਸਤ ਸੰਗਤ ਜੀ। ਤੇ ਕਿਹੜੇ ਪਰ ਉਪਕਾਰ ਹਨ? ਸਾਡੇ ਭਲੇ ਦੇ ਲਈ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗਲ ਦੇ ਵਿੱਚ ਪਾ ਕੇ ਪੱਲਾ ਅਰਦਾਸ ਬੇਨਤੀ ਕੀਤੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ। ਤੇ ਤਰਲਾ ਕੀ ਲਿਆ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਰਬੱਤ ਦੇ ਭਲੇ ਲਈ ਉਪਦੇਸ਼ ਬਖਸ਼ੋ, ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ੋ ਜੋ ਕਿ ਹਰ ਮਹੀਨੇ ਉਪਦੇਸ਼ ਸੁਣ ਕਰਕੇ ਤੇ ਉਹਨੂੰ ਕਮਾਉਣ। ਉਸ ਉਪਦੇਸ਼ ਨੂੰ ਕਮਾ ਕਰਕੇ ਤੇ ਆਪਣੇ ਜੀਵਨ ਦੇ ਵਿੱਚ ਸਫਲ ਹੋ ਜਾਣ। ਸਫਲ ਤੇ ਸਫਲਤਾ ਕਿਹੜੀ ਮਿਲ ਜਾਵੇ? ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਸ ਸਫਲਤਾ ਦੀ ਪ੍ਰਾਪਤੀ ਹੋ ਜਾਵੇ ਤੇ ਉਸ ਵੇਲੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਨੂੰ ਪ੍ਰਵਾਨ ਕੀਤਾ, ਸਿੱਖ ਸੰਗਤਾਂ ਦੀ ਬੇਨਤੀ ਤੇ ਧੰਨ ਬਾਬਾ ਬੁੱਢਾ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬੇਨਤੀ ਤੇ ਗੁਰਮੁਖੋ 12 ਮਾਹ ਮਾਝ ਰਾਗ ਦੇ ਵਿੱਚ ਉਚਾਰਨ ਕਰ ਦਿੱਤਾ ਤੇ ਉਪਦੇਸ਼ ਕੀਤਾ ਕਿ ਹਰ ਮਹੀਨੇ ਗੁਰਮੁਖੋ ਇਸ ਉਪਦੇਸ਼ ਦੇ ਨਾਲ ਜੁੜਨਾ ਹੈ, ਇਹਨੂੰ ਕਮਾਉਣਾ ਹੈ। ਲੋੜ ਕਿਉਂ ਪਈ? ਇੱਕ ਤਾਂ ਸਤ ਸੰਗਤ ਜੀ ਤੁਖਾਰੀ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ, 12 ਮਾਹ ਦੀ ਬਾਣੀ ਹੈ। ਉਹਦੇ ਅਰਥ ਬੜੇ ਅਗਾਧ ਬੋਧ ਹਨ ਸਤ ਸੰਗਤ ਜੀ, ਅੰਤਰੀਵ ਭਾਵ ਬੜੇ ਹਨ। ਇਸ ਕਰਕੇ ਤਰਲਾ ਲਿਆ ਕਿ ਸਮਝ ਸੌਖੀ ਆ ਜਾਵੇ, ਤੁਸੀਂ ਕਿਰਪਾ ਕਰੋ ਉਸੇ ਬਾਣੀ ਦਾ ਟੀਕਾ ਕਰ ਦਿਓ। ਦੂਸਰਾ ਸਤ ਸੰਗਤ ਜੀ, ਕੁਝ ਵਿਦਵਾਨ ਗੁਰੂ ਘਰ ਆ ਕਰਕੇ ਕਥਾ ਕਰਿਆ ਕਰਦੇ ਸਨ। ਮਾਇਆ ਨੇ ਉਹਨਾਂ ਦੀ ਮੱਤ ਤੇ ਪਰਦਾ ਪਾ ਦਿੱਤਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਮੱਥਾ ਤੇ ਤੁਸੀਂ ਗੁਰੂ ਨੂੰ ਟੇਕਦੇ ਹੋ ਤੇ ਕਥਾ ਵਿਚਾਰ ਸਾਡੇ ਕੋਲ ਸੁਣਦੇ, ਅਸੀਂ ਨਹੀਂ ਆਉਣਾ ਗੁਰੂ ਘਰ। ਉਸ ਵੇਲੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ, ਧੰਨ ਭਾਈ ਗੁਰਦਾਸ ਜੀ ਨੇ ਕਿਹਾ ਸੀ, ਸੱਚੇ ਪਾਤਸ਼ਾਹ ਅਸੀਂ ਤੇ ਅੱਗੇ ਚਾਹੁੰਦੇ ਹਾਂ ਕਿ ਇਹਨਾਂ ਦੇ ਧਾਰੀਆਂ ਤੋਂ ਸਾਡਾ ਖਹਿੜਾ ਛੁੱਟ ਜਾਵੇ, ਇਹਨਾਂ ਦੰਬੀਆਂ ਪਖੰਡੀਆਂ ਤੋਂ ਸਾਡਾ ਖਹਿੜਾ ਛੁੱਟ ਜਾਵੇ, ਤੁਸੀਂ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਤੇ ਉਸ ਵੇਲੇ ਸਤ ਸੰਗਤ ਜੀ ਸਤਿਗੁਰਾਂ ਜੀ ਨੇ ਕਿਰਪਾ ਕੀਤੀ। ਸੋ ਸਤ ਸੰਗਤ ਜੀ, ਇੱਕ ਬੇਨਤੀ ਦਾਸ ਹੋਰ ਕਰੇਗਾ ਕਿ ਬੜਾ ਬੋਲ ਬਾਲਾ ਚੱਲਦਾ ਹੈ ਕਿ ਕਈ ਕਹਿ ਦਿੰਦੇ ਹਨ ਕਿ ਭਾਈ ਸੰਕਰਾਂਤਾਂ ਤੇ ਮੱਸਿਆ ਨਾ ਮਨਾਇਆ ਕਰੋ, ਇੰਜ ਨਾ ਕਰਿਆ ਕਰੋ, ਇਹ ਜਿਹੜਾ ਹੈ ਇਹ ਮਰਿਆਦਾ ਦੇ ਆਧਾਰ ਤੇ ਨਹੀਂ ਹੈ। ਨਹੀਂ ਭਾਈ, ਜਿਸ ਵੇਲੇ ਸਤ ਸੰਗਤ ਜੀ ਆਪਾਂ ਸੰਕਰਾਂਤ ਵਾਲੇ ਦਿਨ ਗੁਰੂ ਨੂੰ ਭੁੱਲ ਕਰਕੇ ਕਿਸੇ ਦੇ ਧਾਰੀ ਤੇ ਜਾ ਕਰਕੇ ਮੱਥੇ ਰਗੜਾਂਗੇ, ਉੱਥੇ ਤਾਂ ਪਖੰਡ ਹੋ ਸਕਦਾ ਹੈ। ਜਿਸ ਵੇਲੇ ਆਪਾਂ ਗੁਰੂ ਨੂੰ ਭੁੱਲ ਕਰਕੇ, ਗੁਰੂ ਦੀ ਆਵਾਜ਼ ਨੂੰ ਭੁੱਲ ਕਰਕੇ, ਗੁਰੂ ਦੇ ਹੁਕਮ ਨੂੰ ਭੁੱਲ ਕਰਕੇ ਮੜੀਆਂ ਮਸਾਣੀਆਂ ਤੇ ਜਾ ਕੇ ਦੀਵੇ ਜਗਾਉਣੇ ਸ਼ੁਰੂ ਕਰ ਦਿੱਤੇ, ਉੱਥੇ ਤਾਂ ਪਖੰਡ ਹੋ ਸਕਦਾ ਹੈ।
जिस वेले सत संगत जी धागे तवीतां वालियां दे कोल जा करके असी उन्हां दे तरले लए ते गुरमुखो उस वेले पखंड हो सकदा है, पर जिस दिन धन गुरु ग्रंथ साहब सच्चे पातशाह जी दे चरनां दे नाल जुड़ गए वो बिल्कुल पखंड नहीं जे। इस करके गुरमुखो गुरु दे नाल जुड़िया करो, वध तों वध हाजरियां भरिया करो ते हर रोज भरिया करो। सतगुरु सच्चे पातशाह जी ने किरपा की मगर दे महीने दे प्रथाए जो उपदेश बख्शिया है, जिन्ना को समा सतगुरां जी ने बख्शिया आपां विचार दे नाल जुड़िए। ते विचार दे नाल जुड़न तो पहला सत संगत जी एकाग्रता जरूरी है। असीं अपने बल अपने जोर दे नाल एकाग्र नहीं हो सकते। सतगुरु धन गुरु ग्रंथ साहब जी का तरला लईए ते जतन करिए एकाग्रचित होने का जी। सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। मगर माहे सुहंदिया हर पिर संग बैठड़िया। गुरमुखो जिहड़े गुरु दे प्यारे गुरु दे पास आके बह गए, जिन्हां ने सतसंगत कर लई, गुरु दे उपदेश नूं सुन के कमा लिया, गुरु दा नाम गुरु दा सिमरन बाणी हिरदे च वसा लई। सतगुर सच्चे पातशाह जी अज दे महीने दे प्रथाए उन्हां दी शोभा करदे हन। अज दे महीने दे प्रथाए उन्हां दी वडियाई करनगे सत संगत जी। गुरमुखो आपां गुरबाणी दा फुरमान पढ़दे हां। सतगुरु सच्चे पातशाह जी किरपा करदे हन। किरपा इस्त्री अते पुरुष दा अलंकार बन करके अकाल पुरख परमात्मा ते जीव इस्त्री दे मिलाप दे बारे बड़ी ही सिक्ख्या है धन गुरु ग्रंथ साहब सच्चे पातशाह जी दे अंदर। इसे तरह अज दे महीने दे प्रथाए जो अज दे महीने च सतगुरां जी ने किरपा की, इस्त्री अते पुरख दे अलंकार नूं बन करके मिलाप नूं दर्शा करके अकाल पुरख परमात्मा खसम दा मिलाप ते जीव रूप इस्त्री दे मिलाप नूं दसणगे कि किद्दां हुंदा है, किहड़े गुण होने चाहिए हन, कि किद्दां मिलाप होवेगा ते जिहड़े मिले होए हन उन्हां दे लक्षण की हन। सतसंगत जी गुरबाणी दा फुरमान है, धन पिर एह ना आखियन बहन जो इकट्ठे होए। सतसंगत जी जिहड़े इकट्ठे बहन, इत्थे ना समझ लियो कि इकट्ठे बहना माड़ा है जां गुरु घर आउणा माड़ा है, नहीं भाई। सतगुरु जी बख्शिश कर दे कि विखावा ना होवे। जे प्रेम है तो साडा दिलों होवे। दिलों मुहब्बत जिन से ही सच्चिया, जिन मन होर मुख होर ते कांडे कच्चिया। कच्चियां दे विच गिनती ना आवे। प्रेम साडा गुरु दे नाल दिलों होवे। प्रेम साडा अपने खसम दे नाल दिलों होवे, दिलों। सतसंगत जी सतगुर किरपा करदे हन। धन ओ हन जिन्हां दी जोत एक है ते शरीर दो हन। धन पिर कहिए नानका ओ धन हन गुरमुखो। एक जोत दोए मूर्ति धन पिर कहिए सोए। बस यही पंक्ति नूं ध्यान दे विच रखो ते मगर दे महीने दी सारी कथा समझ आ जाएगी। गुरमुखो शरीर करके जुड़ जाना, शरीर करके जुड़ जाना ते मन करके नहीं जुड़ना, ये गुरु नूं भाउंदा नहीं। मन करके जुड़ांगे ते शरीर करके अपने आप जुड़ जावांगे। समाजिक तौर दे उत्ते भी गुरमुखो वो इस्त्री जिहड़ी कदी अपने खसम दे हुक्म नूं मनदी नहीं, वो इस्त्री जिहड़े अपने पति दे कहे दे उत्ते चलदी नहीं, क्योंकि गुरमुखो आपां गुरु ग्रंथ साहब जी दे सिख हां। ते धन गुरु ग्रंथ साहब सच्चे पातशाह जी दे अंदर कोई भी ऐसी सिक्ख्या नहीं कि जिहड़ी सिख नूं नहीं दित्ती। क्यों सारियां सिक्ख्यावां दित्तियां कि किते ये ना कवे कि मैनूं आ सिक्ख्या इत्थों नहीं मिली, मैं इस करके फलाणे थां ते चले गया।
मैनू आ सिक्ख्या गुरु ग्रंथ साहब जी ने नहीं दिती, मैं तां करके चले गया हाँ। गुरमत तो उल्ट जिहड़ी मनमत दी सिक्ख्या है वो नहीं गुरु दे विच हैगी, वो जे कितों लैनी ते कोई संगत कर लिया करो, पर जे गुरमुखो गुरमत दी सिक्ख्या लैनी ते केवल गुरु ग्रंथ साहब जी तू मिलेगी। धन गुरु ग्रंथ साहब सच्चे पातशाह जी कृपा करके समझाउंदे हन कि मेरे सिखां दा घर परिवार भी सुखी वसे, मेरे सिखां दे रिश्ते भी सतसंगत जी खुशी खुशी दे विच निभण। माता पिता की इज्जत किस तरह करनी है, भैन भरावां की इज्जत किस तरह करनी है, सतसंगत जी किस तरह समाज दे विच रहना है, पति ते पत्नी का जीवन किस तरह का होना चाहिए है, सतगुरु जी समझाउंदे हन। ते गुरु दे सिख नूं ये समझ करके ये गुण अपने उत्ते धारण करने चाहिए हन। समाजिक तौर पर भी गुरमुखो वो पत्नी जिहड़ी अपने पति की कदी आखे नहीं लगी, कहना नहीं मन्निया, सीधे जे अर्थ हन, ते की वो पति दे प्रेम नूं पा लवेगी, नहीं मिलना। कि वो पति की खुशी नूं पा लवेगी, नहीं मिलना। हाँ गुरमुखो ध्यान रखियो, पति वाली जिहड़ी ड्यूटी आ ना, जिहड़ा पति वाला फर्ज आ वो भी पूरा होवे। ये ना होवे कि गुरमुखो असीं नशई होईए, असीं विकारी होईए ते आ करके सोचीए कि सानू इज्जत मिल जावे, फिर इज्जत नहीं जे मिलनी। जीवन साडा भी कंत वाला होना चाहिए है, जीवन साडा भी पति वाला होना चाहिए, तां इज्जत मिलती है। सो रहो विचार सतसंगत जी, समाज दे विच उस इस्त्री दी कदर हुंदी है, वो धनता वाली हुंदी है जिहड़ी अपने पति दे हुक्म नूं मन लैंदी है, जिहड़ी आग्याकार हुंदी है वो धनता वाली है। गुरमुखो इसे तरह ही सतगुरु जी ने समझाया कि वो धन ते वो पिर, वो इस्त्री ते वो सतसंगत जी पुरुष धन हन जिन्हां दी जोत एक है। शरीर भावें दो हन, विचार एक हन। ये नहीं कि मैं आ गल कहती ते उन्हें आ कहती, इस तरह नहीं। विचार एक होण, इक्को ही विचारधारा होवे, एक दूजे दे विचारां नूं समझण दी शक्ति होवे, सतसंगत जी शक्ति, तां वो धन हन, तां वो पति अते पत्नी दे प्रेम नूं हासिल कर सकदे हन। इसे तरह सतसंगत जी सिख दी ते गुरु दी विचारधारा एक होवे, अकाल पुरख परमात्मा दी ते भगत दी विचारधारा एक होवे। ये ना होवे कि गुरु कहे कि गुरु दिया सिखा अमृत वेले उठ नितनेम कर बाणी पढ़, ते सिख अमृत वेले लम्मियां ताण के सुता होवे, फिर खुशी नहीं मिलनी, फिर पति प्रभु परमात्मा खसम दी खुशी हासिल नहीं जे होनी। गुरु ने कहा प्रथम रहत खंडे की पौड़ लै, असीं कदी इस बारे सोचिया ही नहीं, असीं कदी सोचिया ही नहीं, ते खुशी किदां लवांगे खसम दी। सतगुरु सच्चे पातशाह जी ने क्या भलिया केसां दी बेअदबी ना करी, साबत सूरत हो जा, साबत सूरत दस्तार सिरा। असीं कदी सोचिया ही नहीं, ते खसम दी खुशी किदां लवांगे। सतसंगत जी सतगुरु सच्चे पातशाह जी ने कृपा कीती, बोलीए सच धर्म झूठ ना बोलीए, जो गुर दसे वाट मरीदा जोलीए। असीं ते झूठ छड्डिया ही नहीं, असीं ते इस बारे कदी सोचिया ही नहीं, खुशी किदां लवांगे खसम दी। सो विचारधारा एक होनी चाहिए है। सानू गुरु ने सिखाया कि गुरु दिया सिखा तू की वेखना है, की सुनना है, की पाउणा ते की खाना है। गुरु दे आशे दे अनुसार अपना जीवन बतीत करोगे तो गुरु दी खुशी है। पर तेरा रूप ना पेखै नेत्र, साध की टहल संत संग हेत, कर न सुने काहू की निंदा, सब ते जाने आपस को मंदा। असीं ते कदी किया ही नहीं असीं माड़े हाँ, असीं ते कहने भलिया तू माड़ा ही, मैं बड़ा चंगा हाँ। साडे अंदर ते विचारधारा कदी उत्पन्न ही नहीं हुई, हम नहीं चंगे बुरा नहीं कोए, जिन ऐसा कर बुझिया मीत हमारा सोए। असीं कदी किसे दी धी भैन नूं वेख के क्या ही नहीं ये मेरी धी है, ये क्या ही नहीं ये मेरी माँ है, ये क्या ही नहीं ये मेरी भैन है, ते खसम दी खुशी किद्दां लवांगे, खसम दी खुशी किद्दां मिलेगी। खसम परमात्मा दी खुशी उस दिन मिलनी जिस दिन विचारधारा एक हो गई, जिस दिन गुरमुखो विचार एक हो गई। गुरु ग्रंथ साहब सच्चे पातशाह जी दी बाणी गुरु दे सिख दे हिरदे च बस जावे, बाणी दे अनुसारी हो जावे, वो खसम दी खुशी लै सकता है, वो मिलिया होया है। समझो कि वो मगर महीने की अवस्था तक पहुँच चुका है। ये झाती आपां अपने अंदर मारनी है।
कि गुरमुखो सुभागा समा मिलता है, सुभागा समा मिलता है गुरु के चरणों के कोल आउण दे लई। ते जदों गुरु के चरणों के कोल आ जाइए ना, उस वेले अपने अंदर झाती जरूर मारिया करो कि असीं कित्थे खलोते हाँ, साडी किन्नी को अवस्था बन चुकी है, असीं किस अवस्था ते पहुंचे हाँ। ये ना होवे सतसंगत जी कि महीना मगर दा है ते असीं अजे चेत वाले थां ते तुरे फिरीए। नहीं भलिओ, ये अवस्था है, हर महीने बदलाव आना चाहिए है। संक्रांत तो भाव ही यही है, सूरज जदों एक रास चों दूसरी रास च प्रवेश करता है ना, ते मौसम दे विच तब्दीली आउंदी है। उस तब्दीली नूं संक्रांत कहा जाता है, क्रांति आउंदी है, चेंज आउंदा है। इसे तरह गुरु दया सिखा तेरे अंदर भी चेंज आवे, तेरे अंदर भी अवस्था बने, पौड़ी दर पौड़ी उपर नूं जा, उपर नूं उपर जाके भई प्राप्त मानक देहुरिया, गोबिंद मिलन के है तेरी बरिया, मिल जा अकाल पुरख परमात्मा नूं। मगर मगर दे महीने दे विच सत संगत जी वो सोहणियां लगदियां हन जीव इस्त्रियां, वो सतसंगत रूपी इस्त्रियां सोहणियां लगदियां हन, क्योंकि सतसंगत जी आपां सारे उस अकाल पुरख परमात्मा दियां इस्त्रियां हाँ। वो पुरख है, असीं जीव रूप ओदियां इस्त्रियां हाँ, ते वो सोहणियां लगदियां हन जिन्हां ने आके गुरु दे चरण परस लए, जिन्हां ने आ करके गुरु दी बाणी सुन लई, जिन्हां ने आ करके गुरु घर दी सेवा कर लई। मगर माहे सुहंदियां वो सोहणियां लगदियां हन। सेई सुंदर सोहणे साध संग जिन बहने। सच्चे पातशाह तुहानूं सोहणे कौन लगदे हन? जिन्हां ने सोहणे कपड़े पाए हो, जां जिन्हां दा रंग बड़ा चिट्टा है सच्चे पातशाह हो, जिन्हां ने हार श्रृंगार बड़ा कीता वो लगदे होणगे। सतगुरु जी कहंदे नहीं भलिया, मैनूं ते वो सोहणे लगदे जिहड़े संगत करदे जे, जिहड़े संगत दे विच बहिंदे जे। गुरमुखो गुरु नूं सोहणे लगदे जे ते आपां भी गुरु दी निगाह दे विच सोहणे होईए, आपां भी गुरु दी निगाह दे विच सत्कार वाले होईए। मगर दे महीने नूं मुख रखदिआं ये गुण लईए गुरु दे पासों। मगर माहे सुहंदियां हर पिर संग बैठड़ियां, हरि अकाल पुरख परमात्मा हर जिहदे नाल जुड़दे हां ते हरे भरे हो जाईदा है। हरे भरे किदां संगत जी, साडे गुण सुख चुके हन, असीं गुणा करके सुख चुके हां। साडे च निमरता नहीं रही, संतोख नहीं रहा, दया नहीं रही, धर्म नहीं रहा, असीं सुख चुके हाँ। सच्चे पातशाह किरपा कर सानू हरे भरे कर दे। सुख गए सतसंगत जी, गुरु दा तरला लो ते सतगुरु जी हरे भरे कर देणगे। हरि अकाल पुरख परमात्मा जिहदे नाल जुड़दे हाँ वो हरे भरे करन दी समर्था रखदा है, क्योंकि समर्थ सतगुरु है। हर जो साडे पापां विकारां नूं हर लैण वाला है ते अगे तो सानू सीधे रस्ते ते तोरन वाला है। पिछले अवगुण बख्श लै प्रभ, आगे मार्ग पावे। हर जो हर कण हर जरे दे विच समाया होया है। दुकालंग प्रणासी दयालंग स्वरूपे सदा अंग संगे अपंगं विभूते। जिहड़ा साडे तो दूर नहीं, ओदे कोल बह जाया करो भलिओ, ओदे कोल बह जाया करो। भाव ओदी याद, ओदा चेतन, ओदा सिमरन साडे हिरदे च चल पवे। धन गुरु ग्रंथ साहिब सच्चे पातशाह जी दी संगत हर रोज करिया करिए। गुरमुखो जे अज सतगुरु सच्चे पातशाह जी दे सन्मुख ये तरला लै लिया ना कि सच्चे पातशाह किरपा करो, सानू ये समझ आ गई, सोझी आ गई, तुसीं आप ही किरपा करो, सानू उदम बख्शिओ कि असीं संगत करिया करिए। ते समझो मगर दे महीने च संगरांद वाले दिन साडा गुरु कर आया सफल है। मगर माहे सुहंदियां हर पिर संग बैठड़ियां, वो सोहणियां लगदियां हन जीव इस्त्रियां खसम परमात्मा नूं, जिहड़ियां अपने पति दे कोल बैठियां होइयां हन जी। तिन की शोभा क्या गणी, जे साहिब मेलड़िया। सतसंगत जी उन्हां दी शोभा की दस सकदे हां, उन्हां दी शोभा बयान नहीं की जा सकती। तिन की शोभा क्या गणी, जे साहिब मेलड़िया, जिन्हां दा अपने खसम दे नाल मिलाप हो गया, जिहड़ियां मिल गईयां अपने खसम नूं, उन्हां दी शोभा की बयान कर सकते हाँ।
ਉਹਨਾਂ ਦੀ ਸੋਭਾ ਦੱਸੀ ਨਹੀਂ ਜਾ ਸਕਦੀ। ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਜੁਗਾ ਜੁਗੰਤਰਾਂ ਤੱਕ ਉਹਨਾਂ ਦੀ ਸੋਭਾ ਹੁੰਦੀ ਹੈ ਜਿਨ੍ਹਾਂ ਦਾ ਮਿਲਾਪ ਹੋ ਗਿਆ। ਅਕਾਲੀ ਗੁਰਮੁਖੋ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਕੱਲ ਦਾ ਦਿਨ ਹੀ ਅਜੇ ਬਤੀਤ ਹੋਇਆ ਹੈ। ਕੱਲ ਸ਼ਹੀਦੀ ਦਿਹਾੜਾ ਸੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ। ਤੇ ਜਰਾ ਝਾਤੀ ਮਾਰਿਓ ਗੁਰਮੁਖੋ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਉਹਨਾਂ ਦੀ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ ਜਿਨ੍ਹਾਂ ਦਾ ਮਿਲਾਪ ਹੋ ਗਿਆ ਗੁਰੂ ਦੇ ਨਾਲ, ਜਿਹੜੀਆਂ ਦਿਲੋਂ ਮਿਲ ਗਈਆਂ ਹਨ, ਜਿਹੜੀਆਂ ਮਨ ਕਰਕੇ ਮਿਲ ਗਈਆਂ, ਹਿਰਦੇ ਕਰਕੇ ਮਿਲ ਗਈਆਂ। ਸਤ ਸੰਗਤ ਜੀ, ਉਹਨਾਂ ਦੀ ਸੋਭਾ ਜੁਗ ਜੁਗ ਤੱਕ ਹੁੰਦੀ ਹੈ। ਉਹਨਾਂ ਦੇ ਕੀਤੇ ਹੋਏ ਪ੍ਰਣ ਪੂਰੇ ਹੁੰਦੇ ਹਨ। ਉਹਨਾਂ ਦੀ ਲੱਜਪਤ ਆਪ ਵਾਹਿਗੁਰੂ ਰੱਖਦਾ ਹੈ। ਉਹਨਾਂ ਨੂੰ ਜੇ ਕਿਤੇ ਆ ਕੇ ਕਾਲ ਮੌਤ ਵੀ ਤਾਨਾ ਮਾਰੇ ਨਾ ਕਿ ਲੈ ਦੀਪ ਸਿਆ ਤੇਰਾ ਪ੍ਰਣ ਝੂਠਾ ਪੈ ਗਿਆ, ਤੇ ਸਿੱਖ ਭਾਈ ਨੱਥਾ ਸਿੰਘ ਜੀ ਕਹਿੰਦਾ ਇਹਦਾ ਵਿਗੜਿਆ ਹੀ ਕੀ ਹੈ ਜੇ, ਇਹਦਾ ਅਜੇ ਵਿਗੜਿਆ ਹੀ ਕੀ ਆ। ਗੁਰਮੁਖੋ, ਖੱਬੀ ਤਲੀ ਤੇ ਰੱਖ ਕੇ ਸੀਸ ਦੁਸ਼ਮਣਾਂ ਦੇ ਗਾਟੇ ਲਾਉਂਦਾ ਧੰਨ ਬਾਬਾ ਦੀਪ ਸਿੰਘ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਆ ਕਰਕੇ ਨਮਸਕਾਰ ਕਰਦਾ ਹੈ। ਗੁਰਮੁਖੋ, ਇਹ ਕੀ ਸੀ? ਤਿਨ ਕੀ ਸੋਭਾ ਕਿਆ ਗਣੀ। ਉਹਨਾਂ ਦੀ ਸੋਭਾ ਕੀ ਬਿਆਨ ਕਰ ਸਕਦੇ ਹਾਂ, ਕਿਉਂਕਿ ਉਹ ਮਿਲੇ ਹੋਏ ਹਨ। ਉਹਨਾਂ ਦਾ ਮਿਲਾਪ ਹੋ ਗਿਆ ਹੈ ਅਕਾਲ ਪੁਰਖ ਪਰਮਾਤਮਾ ਦੇ ਨਾਲ। ਤੇ ਗੁਰਮੁਖੋ, ਜਿਹੜੇ ਮਿਲ ਗਏ ਆ ਨਾ, ਉਹਨਾਂ ਨੂੰ ਤੇ ਛਾਤੀ ਦੇ ਨਾਲ ਲਾ ਕਰਕੇ ਸੱਚੇ ਪਾਤਸ਼ਾਹ ਕਹਿ ਦਿੰਦੇ ਹਨ, ਧੰਨ 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 ਹਨ ਉਹ ਗੁਰੂ ਦੇ ਪਿਆਰੇ ਜਿਨ੍ਹਾਂ ਦਾ ਮਿਲਾਪ ਹੋ ਗਿਆ। ਆਪਾਂ ਪੜ੍ਹਦੇ ਆ ਨਾ ਇਤਿਹਾਸ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਾਈ ਬਿਧੀ ਚੰਦ ਸਾਹਿਬ ਜੀ ਨੂੰ ਮਾਣ ਦਿੱਤਾ। ਕਿੱਡਾ ਵੱਡਾ ਮਾਣ ਹੈ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਆਪਣਾ ਹੀ ਰੂਪ ਬਣਾ ਲਿਆ। ਕਿਉਂ? ਕਿਉਂਕਿ ਮਿਲਾਪ ਹੋ ਗਿਆ ਸੀ। ਆਪਾਂ ਪੜ੍ਹਦੇ ਹਾਂ ਇਤਿਹਾਸ ਗੁਰਮੁਖੋ, ਧੰਨ ਭਾਈ ਜੈਤਾ ਜੀ, ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ, ਜਿਨ੍ਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਛਾਤੀ ਦੇ ਨਾਲ ਲਾ ਕੇ ਕਿਹਾ ਸੀ, ਰੰਗ ਰੇਟੇ ਗੁਰੂ ਕੇ ਬੇਟੇ। ਇਹ ਕੀ ਸੀ ਗੁਰਮੁਖੋ? ਮਿਲਾਪ ਸੀ। ਉਹਨਾਂ ਦੀ ਸੋਭਾ ਕੀ ਕਰ ਸਕਦੇ ਹਾਂ ਜਿਨ੍ਹਾਂ ਦਾ ਮਿਲਾਪ ਹੋ ਗਿਆ ਹੈ। ਗੁਰਮੁਖੋ, ਕੋਸ਼ਿਸ਼ ਕਰੀਏ, ਉਦਮ ਕਰੀਏ, ਅਸੀਂ ਵੀ ਗੁਰੂ ਦੇ ਨਾਲ ਮਿਲੀਏ, ਸਾਡਾ ਵੀ ਮਿਲਾਪ ਹੋਵੇ ਗੁਰੂ ਦੇ ਨਾਲ, ਸਾਡੀ ਵੀ ਸੋਭਾ ਹੋ ਜਾਵੇ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ, ਜਿਨ੍ਹਾਂ ਦਾ ਸਾਹਿਬ ਦੇ ਨਾਲ ਮਿਲਾਪ ਹੈ ਨਾ, ਉਹਨਾਂ ਦੀ ਸੋਭਾ ਕੀਤੀ ਨਹੀਂ ਜਾ ਸਕਦੀ। ਕਿਉਂ? ਕਿਉਂਕਿ ਆਪਾਂ ਹਰ ਰੋਜ਼ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹੋ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹੋ। ਉਹਦੇ ਕੋਲ ਆਉਣਾ ਹੀ ਸੋਭਾ ਵਾਲਾ ਹੈ, ਜਿਹੜਾ ਸੱਚਾ ਖਸਮ ਹੈ, ਜਿਹੜਾ ਸੱਚਾ ਸੱਜਣ ਹੈ, ਉਹਦੇ ਕੋਲ ਆਉਣਾ ਹੀ ਸੋਭਾ ਵਾਲਾ। ਕਿਉਂ? ਕਿਉਂਕਿ ਸੱਚਾ ਸੱਜਣ ਕਦੀ ਦਗਾ ਨਹੀਂ ਜੇ ਕਰਦਾ, ਸੱਚਾ ਸੱਜਣ ਕਦੀ ਪਿੱਠ ਨਹੀਂ ਜੇ ਵਿਖਾਉਂਦਾ, ਸੱਚਾ ਸੱਜਣ ਕਦੀ ਧੋਖਾ ਨਹੀਂ ਕਰੇਗਾ, ਕਿਉਂਕਿ ਉਹ ਹੈ ਹੀ ਸੱਚਾ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹ ਸੱਜਣ ਦੇ ਨਾਲ ਸੱਚਾ ਕਿਉਂ ਲਿਖਿਆ ਹੈ? ਜ਼ਿਆਦਾਤਰ ਗੁਰਬਾਣੀ ਦੇ ਅੰਦਰ ਸੱਜਣ ਦੇ ਨਾਲ ਸੱਚਾ, ਪੂਰਾ, ਇਹ ਸ਼ਬਦ ਕਿਉਂ ਵਰਤੇ ਗਏ ਹਨ? ਕਿਉਂਕਿ ਸੱਚਮੁੱਚ ਹੀ ਪੂਰਾ ਹੈ। ਦੁਨਿਆਵੀ ਸੱਜਣ ਧੋਖਾ ਦਿੰਦੇ ਹਨ, ਸੁੱਖ ਵੇਲੇ ਸਾਥ ਦੇਣਗੇ, ਦੁੱਖ ਵੇਲੇ ਛੱਡ ਜਾਂਦੇ ਹਨ। ਗੁਰਮੁਖੋ, ਸੱਜਣ ਤਾਈਆਂ ਪਾਲ ਕੇ ਪਿੱਠ ਪਿੱਛੇ ਵਾਰ ਕਰ ਦਿੰਦੇ ਹਨ, ਆਪਣੇ ਮਤਬਲ ਕੱਢ ਕੇ ਪਾਸੇ ਹੋ ਜਾਂਦੇ ਹਨ। ਨਾਨਕ ਦੁਨੀਆ ਕੈਸੀ ਹੋਈ, ਸਾਲ ਕੁਮਿਤ ਨਾ ਰਹਿਓ ਕੋਈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਸੱਜਣ ਹਨ, ਸੱਚੇ। ਤੇ ਗੁਰਮੁਖੋ, ਜਿਹੜਾ ਸੱਚੇ ਸੱਜਣ ਦੇ ਕੋਲ ਆ ਕੇ ਬਹਿ ਗਿਆ, ਜਿਨਨੇ ਸੱਚੇ ਸੱਜਣ ਦੀ ਗੱਲ ਸੁਣ ਕੇ ਪੱਲੇ ਬੰਨ ਲਈ, ਉਹਦੀ ਸੋਭਾ ਕੀ ਬਿਆਨ ਕਰ ਸਕਦੇ ਹਾਂ? ਉਹਦੀ ਤੇ ਸੋਭਾ ਜੁਗਾਂ ਜੁਗਾਂ ਤੱਕ ਹੁੰਦੀ ਹੈ। ਕਿਉਂਕਿ ਸੱਚਾ ਸੱਜਣ ਕਦੀ ਗਲਤ ਸਲਾਹ ਦੇ ਹੀ ਨਹੀਂ ਸਕਦਾ। ਸੱਚਾ ਸੱਜਣ ਨਹੀਂ ਕਵੇਗਾ, ਆ ਗੁਰਮੁਖਾ ਕਿੱਡਾ ਸੋਹਣਾ ਮੌਸਮ ਆ ਮੇਰੇ ਕੋਲ ਬਹਿ, ਇੱਕ ਪੈਗ ਮੈਂ ਲਾਵਾਂ ਤੇ ਇੱਕ ਤੂੰ ਲਾਵਾਂ। ਇਹ ਸੱਚਾ ਸੱਜਣ ਨਹੀਂ ਜੇ, ਇਹ ਸੱਚਾ ਸੱਜਣ ਨਹੀਂ ਜੇ ਗੁਰਮੁਖੋ। ਸੱਚਾ ਸੱਜਣ ਉਹ ਜਿਹੜਾ ਸਾਡੀ ਗਲਤੀ ਨੂੰ ਚਿਤਾਰੇ, ਸੱਚਾ ਸੱਜਣ ਉਹ ਜਿਹੜਾ ਸਾਨੂੰ ਸਿੱਧੇ ਰਸਤੇ ਤੇ ਤੋਰੇ। ਉਹ ਸੱਚਾ ਸੱਜਣ ਨਹੀਂ ਜਿਹੜਾ ਸਾਨੂੰ ਕੁਸੰਗਤ ਵੱਲ ਖਿੱਚੇ।
ਉਹ ਸੱਚਾ ਸੱਜਣ ਨਹੀਂ ਜਿਹੜਾ ਸਾਨੂੰ ਨਸ਼ਿਆਂ ਵੱਲ ਖਿੱਚੇ। ਉਹ ਸੱਚਾ ਸੱਜਣ ਨਹੀਂ ਜਿਹੜਾ ਇੱਕ ਜੋਤ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਸਾਨੂੰ ਕਵੇ ਕਿ ਆਹ ਫਲਾਣੇ ਤੈਨੂੰ ਡੇਰੇ ਤੇ ਲੈ ਕੇ ਜਾਵਾਂ, ਵੇਖੀ ਕਿੰਨਾ ਕੁਝ ਮਿਲਦਾ ਉੱਥੋਂ। ਆ ਜਾਇਆ ਕਰ ਮੇਰੇ ਨਾਲ, ਉੱਥੇ ਦੀਵਾ ਜਗਾਇਆ ਕਰੀਏ, ਵੇਖੀ ਤੈਨੂੰ ਕਿੰਨਾ ਕੁਝ ਮਿਲਦਾ ਉੱਥੋਂ। ਗੁਰਮੁਖੋ ਸੱਚਾ ਸੱਜਣ ਨਹੀਂ ਜੇ। ਸੱਚਾ ਸੱਜਣ ਉਹ ਹੈ ਜਿਹੜਾ ਗੁਰੂ ਦੇ ਨਾਲ ਜੋੜਦਾ ਹੈ। ਸੱਚਾ ਸੱਜਣ ਉਹ ਹੈ ਜਿਹੜਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਦਾ ਹੈ। ਤਾਂ ਹੀ ਤਾਂ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਹੈ ਨਾ ਕਿ ਜਾਗਤ ਜੋਤ ਜਪੇ ਨਿਸ਼ ਬਾਸੁਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸੱਜੇ ਬਰਤ ਘੋਰ ਮੜੀ ਮਟ ਭੂਲ ਨਾ ਮਾਨੇ। ਇਹ ਗੱਲਾਂ ਪੱਲੇ ਬੰਨਣ ਵਾਲੀਆਂ ਹਨ। ਤਾਂ ਹੀ ਤਾਂ ਸਿੱਖੀ ਜੀਵਨ ਦੇ ਵਿੱਚ ਅਸੀਂ ਸੰਪੂਰਨਤਾ ਹਾਸਲ ਕਰ ਸਕਦੇ ਹਾਂ। ਜੇ ਸਾਨੂੰ ਗੁਰੂ ਦਾ ਉਪਦੇਸ਼ ਭੁੱਲ ਗਿਆ ਤੇ ਗੁਰਮੁਖੋ ਫਿਰ ਕਿਤੇ ਨਾ ਕਿਤੇ ਠੋਕਰ ਵੱਜ ਜਾਵੇਗੀ, ਕਿਤੇ ਨਾ ਕਿਤੇ ਠੋਕਰ ਵੱਜ ਜਾਵੇਗੀ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਹੈ ਕਿ ਜਿਹਦੇ ਕੋਲ ਆਉਣਾ ਹੀ ਸੋਭਾ ਵਾਲਾ ਹੈ, ਜਿਹਦੇ ਕੋਲ ਬਹਿਣਾ ਹੀ ਸੋਭਾ ਵਾਲਾ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਗੁਰਮੁਖੋ ਧਿਆਨ ਦਿਆ ਜਰਾ। ਦੁਨਿਆਵੀ ਕੋਈ ਦੇਹ ਧਾਰੀ ਬਾਬਾ ਗੁਰਮੁਖੋ ਜਿਹੜਾ ਪਖੰਡੀ ਹੈ, ਇੱਥੇ ਅਸਲੀਆਂ ਦੀ ਬੜੀ ਹੀ ਪ੍ਰਸੰਨਤਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇੱਥੇ ਸੱਚ ਨੂੰ ਪਹਿਲ ਦਿੱਤੀ ਗਈ ਹੈ। ਇੱਥੇ ਮਹਾਂਪੁਰਸ਼ਾਂ ਦੀ ਵੀ ਸੋਭਾ ਹੈ, ਸਾਧਾਂ ਦੀ ਵੀ ਸੋਭਾ, ਪਰ ਹੋਣ ਉਹ ਪੂਰੇ। ਜਿਹੜੇ ਨਕਲੀ ਹਨ ਗੁਰਮੁਖੋ, ਜਿਹੜੇ ਆਮ ਕਰਕੇ ਪਖੰਡੀ ਧਾਗਿਆਂ ਤਵੀਤਾਂ ਵਾਲੇ ਹਨ, ਕੋਈ ਸਾਡੀ ਭੈਣ ਕੋਈ ਸਾਡੀ ਧੀ ਉਹਨਾਂ ਦੇ ਡੇਰੇ ਤੇ ਜਾਵੇ, ਉਹਨਾਂ ਦਾ ਸੰਗ ਕਰੇ ਤੇ ਸਮਾਜ ਉਂਗਲ ਚੁੱਕਦਾ ਜੇ। ਸਮਾਜ ਉਂਗਲ ਚੁੱਕੇਗਾ, ਕਵੇਗਾ ਕਿ ਭੈਣ ਕਿੱਧਰ ਜਾਂਦੀ ਭਾਈ, ਇਹ ਸਾਡੀ ਧੀ ਕਿੱਧਰ ਜਾਂਦੀ ਹੈ, ਇਹ ਤੇ ਫਲਾਣੇ ਬਾਬੇ ਕੋ ਜਾਂਦੀ, ਇਹ ਤੇ ਫਲਾਣੇ ਡੇਰੇ ਤੇ ਜਾਂਦੀ। ਸਮਾਜ ਉਂਗਲ ਚੁੱਕਦਾ ਜੇ। ਪਰ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੇ ਕੋਈ ਸਾਡੀ ਧੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੇ ਕੋਈ ਸਾਡੀ ਭੈਣ, ਗੁਰਮੁਖੋ ਹੱਥ ਜੁੜ ਜਾਂਦੇ ਜੇ ਹੱਥ। ਇਹ ਭਾਗਾਂ ਵਾਲੀ ਹੈ, ਇਹ ਭਾਗਾਂ ਵਾਲੀ ਹੈ ਜਿਹੜੀ ਗੁਰੂ ਘਰ ਸੇਵਾ ਕਰਦੀ ਹੈ। ਇਹ ਭਾਗਾਂ ਵਾਲੀ ਹੈ ਜਿਹੜੀ ਬਾਣੀ ਪੜ੍ਹਦੀ ਹੈ। ਇਹ ਭਾਗਾਂ ਵਾਲੀ ਹੈ ਜਿਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਅਕੀਦਾ ਬਣਾ ਲਿਆ। ਗੁਰਮੁਖੋ ਤਿਨ ਕੀ ਸੋਭਾ ਕਿਆ ਗਣੀ। ਸਤਿਗੁਰੂ ਜੀ ਦੀ ਕਿਰਪਾ ਹੀ ਐਸੀ ਹੈ, ਐਸੇ ਗੁਰੂ ਦੇ ਨਾਲ ਅਸੀਂ ਜੁੜੇ ਹਾਂ ਕਿ ਜਿਹਦੇ ਕੋਲ ਆਉਣਾ ਹੀ ਸੋਭਾ ਵਾਲਾ ਹੈ, ਜਿਹਦੇ ਕੋਲ ਬਹਿਣਾ ਹੀ ਸੋਭਾ ਵਾਲਾ ਹੈ। ਜਿੱਦਣ ਉਹਦੀ ਸੁਣ ਕੇ ਮੰਨ ਲਈ, ਆਪਣੇ ਹਿਰਦੇ 'ਚ ਵਸਾ ਲਈ, ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ। ਮਿਲਾਪ ਉਸ ਦਿਨ ਹੁੰਦਾ ਜੇ ਗੁਰਮੁਖੋ ਜਿੱਦਣ ਗੁਰੂ ਦੀ ਸੁਣ ਕੇ ਮੰਨ ਲਈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖ ਹਾਰ ਮੰਨੇ ਕਾ ਬਹਿ ਕਰਨ ਵਿਚਾਰ। ਗੁਰਮੁਖੋ ਇਹ ਵਡਿਆਈ ਜੇ, ਉਹਨਾਂ ਦੀ ਗਤ ਕਹੀ ਨਹੀਂ ਜਾ ਸਕਦੀ। ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀ ਆਹ। ਤਨ ਮਨ ਮੋਲਿਆ ਰਾਮ ਸਿਓ ਸੰਗ ਸਾਧ ਸਹੇਲੜਿਆ। ਫਿਰ ਗੁਰਮੁਖੋ ਗੁਰੂ ਨੇ ਕਿਰਪਾ ਕੀਤੀ। ਕੀ ਕਿਰਪਾ ਕੀਤੀ? ਕਿਹਾ ਭਾਈ ਸੰਗਤ ਕਰਿਆ ਕਰੋ। ਕੀ ਕਿਰਪਾ ਕੀਤੀ ਕਿ ਹਰ ਰੋਜ਼ ਬੇਨਤੀ ਕਰਿਆ ਕਰੋ, ਸੱਚੇ ਪਾਤਸ਼ਾਹ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਬੇਨਤੀਆਂ ਗੁਰਮੁਖੋ ਐਵੇਂ ਨਹੀਂ ਕੀਤੀਆਂ ਜਾਂਦੀਆਂ, ਇਹਨਾਂ ਦੇ ਪਿੱਛੇ ਬੜੀ ਵੱਡੀ ਕਹਿ ਲਓ ਕਿ ਪਾਵਰ ਹੈ। ਤਨ ਮਨ ਮੌਲਿਆ ਰਾਮ ਸਿਉ। ਗੁਰਮੁਖੋ ਉਹਨਾਂ ਦਾ ਜਿਹੜਾ ਤਨ ਤੇ ਮਨ ਆ ਨਾ, ਉਹ ਰੰਗਿਆ ਜਾਂਦਾ ਹੈ ਪ੍ਰਭੂ ਪਰਮਾਤਮਾ ਦੇ ਪ੍ਰੇਮ ਦੇ ਵਿੱਚ। ਉਹਨਾਂ ਦਾ ਤਨ ਤੇ ਮਨ ਰੰਗਿਆ ਜਾਂਦਾ ਹੈ ਅਕਾਲ ਪੁਰਖ ਪਰਮਾਤਮਾ ਖਸਮ ਦੇ ਪ੍ਰੇਮ ਦੇ ਵਿੱਚ। ਮੌਲਿਆ ਜਾਂਦਾ ਹੈ, ਕਹਿ ਲਓ ਕਿ ਭਾਈ ਵੱਖਰਾ ਹੀ ਰੰਗ ਚੜ ਜਾਂਦਾ ਹੈ। ਜਦੋਂ ਵੀ ਪੁੱਛੋਗੇ ਕਹਿਣਗੇ ਚੜ੍ਹਦੀ ਕਲਾ ਹੈ। ਖੇੜੇ ਦੇ ਵਿੱਚ ਰਹਿੰਦੇ ਹਨ। ਤਨ ਮਨ ਮੌਲਿਆ ਰਾਮ ਸਿਉ ਕਿਉਂ ਸੰਗ ਸਾਧ ਸਹੇਲੜੀਆ। ਇਸ ਕਰਕੇ ਕਿ ਗੁਰਮੁਖੋ ਗੁਰੂ ਨੇ ਕਿਹਾ ਕਿ ਭਲਿਆ ਅੱਜ ਤੂੰ ਅੱਗੇ ਕੋ ਸੰਗਤ ਛੱਡ ਦੇ ਤੇ ਸੰਗਤ ਕਰਿਆ ਕਰ। ਅੱਜ ਤੂੰ ਗਾਂ ਮਨਮੁਖ ਦਾ ਸੰਗ ਛੱਡ ਦੇ ਤੇ ਗੁਰਮੁਖ ਦਾ ਸੰਗ ਕਰਿਆ ਕਰ। ਗੁਰਮੁਖ ਦਾ ਸੰਗ ਕਰਿਆ ਕਰ। ਸਾਧ ਸਹੇਲੜੀਆਂ ਉਹਨਾਂ ਨੇ ਉਹ ਸਹੇਲੀਆਂ ਬਣਾਈਆਂ। ਸਮਾਜਿਕ ਤੌਰ ਤੇ ਵੀ ਨਿਗਾਹ ਮਾਰਿਓ ਜਰਾ ਸਤ ਸੰਗਤ ਜੀ। ਕੋਈ ਗੁਰਮੁਖੋ ਮਾੜਾ ਸਾਥ ਮਿਲ ਜਾਵੇ ਨਾ, ਮਾੜਾ ਸੱਜਣ ਮਿਲ ਜਾਵੇ ਤੇ ਘਰਾਂ ਦੇ ਵਿੱਚ ਪਾੜ ਪਾ ਦਿੰਦਾ ਜੇ। ਮਾੜੀ ਸੰਗਤ ਮਿਲ ਜਾਵੇ ਤੇ ਘਰਾਂ ਦੇ ਵਿੱਚ ਪਾੜ ਪੈ ਜਾਂਦੇ ਜੇ, ਕਿਉਂਕਿ ਉਹਨਾਂ ਨੂੰ ਚੁਗਲੀਆਂ ਕਰਨ ਦਾ ਸਵਾਦ ਆਉਂਦਾ ਹੈ।
ਉਹ ਕਿਸੇ ਦੀ ਗੱਲ ਸੁਣ ਕੇ ਕਿਸੇ ਨੂੰ ਜਿੰਨਾ ਚਿਰ ਦੱਸਣਾ ਨਾ ਲੈਣ ਉਹਨਾਂ ਚਿਰ ਗੱਲ ਨਹੀਂ ਬਣਦੀ। ਉਹ ਕੀ ਕਰਦੇ ਹਨ, ਵੇਂਦੇ ਹਨ ਕਿ ਆ ਭੈਣ, ਆ ਧੀ, ਆ ਨੌ ਨਵੀਂ ਆਈ ਆ, ਦਵਾ ਦਵੇ ਦੇ ਕੰਨ ਭਰ ਦਿਓ ਕਿ ਆਪਣੇ ਪਰਿਵਾਰ ਦੇ ਵਿੱਚ ਝਗੜਾ ਕਰਨਾ ਸ਼ੁਰੂ ਕਰ ਦੇ, ਆਪਣੇ ਖਸਮ ਦੇ ਨਾਲ ਲੜਨਾ ਸ਼ੁਰੂ ਕਰ ਦਵੇ, ਕਿਉਂਕਿ ਉਹਨਾਂ ਨੇ ਸੰਗ ਹੀ ਉਹਦਾ ਕਰ ਲਿਆ ਜਿਨ੍ਹਾਂ ਦੀ ਬਿਰਤੀ ਮਾੜੀ ਸੀ, ਜਿਹੜੀਆਂ ਆਪ ਮਨਮੁਖ ਸਨ, ਉਹਨਾਂ ਦਾ ਸੰਗ ਕਰ ਲਿਆ ਤੇ ਉਹਨਾਂ ਨੇ ਰੰਗ ਲਾ ਦਿੱਤਾ ਤੇ ਰੰਗ ਲਾ ਕੇ ਗੁਰਮੁਖੋ ਉਹਨਾਂ ਦੇ ਜੀਵਨ ਦੀ ਵੀ ਬਰਬਾਦੀ ਕਰ ਦਿੱਤੀ। ਸਤਿਗੁਰੂ ਜੀ ਨੇ ਕੀ ਹੁਕਮ ਦਿੱਤਾ ਹੈ ਕਿ ਗੁਰੂ ਦਿਆ ਸਿੱਖਾ ਸੰਗ ਸਾਧ ਸਹੇਲੜੀਆ। ਸਾਧ ਸ਼ਬਦ ਤੋਂ ਭਾਵ ਸਾਧ ਨਾਮ ਨਿਰਮਲ ਜਾ ਕੇ ਕਰਮ। ਗੁਰਮੁਖੋ ਜਿਨ੍ਹਾਂ ਦੇ ਕਰਮ ਨਿਰਮਲ ਹਨ ਉਹ ਸਾਧ ਹਨ, ਕਰਮ ਨਿਰਮਲ ਹਨ, ਮੈਲ ਤੋਂ ਰਹਿਤ ਹਨ, ਵਿਕਾਰਾਂ ਤੋਂ ਰਹਿਤ ਹਨ। ਕੱਲੇ ਨਾਮ ਰੱਖਣ ਦੇ ਨਾਲ ਕੋਈ ਸਾਧ ਨਹੀਂ ਬਣ ਜਾਂਦਾ। ਜਿਨ੍ਹਾਂ ਦੇ ਕਰਮ ਨਿਰਮਲ ਹਨ ਉਹ ਸਾਧ ਹਨ। ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਆਪਣੀਆਂ ਸਹੇਲੀਆਂ ਬਣਾ ਲਓ, ਉਹਨਾਂ ਨੂੰ ਆਪਣੇ ਸੱਜਣ ਬਣਾ ਲਓ। ਕਿਉਂ? ਕਿਉਂਕਿ ਉਹ ਖਸਮ ਨਾਲ ਮਿਲੀਆਂ ਹੋਈਆਂ ਹਨ। ਉਹਨਾਂ ਨੂੰ ਪਤਾ ਹੈ ਕਿ ਖਸਮ ਕਿੱਦਾਂ ਰੀਝਦਾ ਹੈ, ਖਸਮ ਦੀ ਪ੍ਰਸੰਨਤਾ ਕਿਸ ਤਰ੍ਹਾਂ ਲੈਣੀ ਹੈ। ਉਹਨਾਂ ਨੂੰ ਸਹੇਲੀਆਂ ਬਣਾ ਕੇ ਉਹਨਾਂ ਕੋਲ ਸਿੱਖਾਂਗੇ ਤੇ ਫਿਰ ਗੁਰਮੁਖੋ ਗੁਣ ਸਾਡੇ ਵਿੱਚ ਵੀ ਆਉਣਗੇ ਤੇ ਸਾਡਾ ਵੀ ਮਿਲਾਪ ਹੋਵੇਗਾ ਜੀ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਜਿਨ੍ਹਾਂ ਨੇ ਸੰਗ ਹੀ ਨਹੀਂ ਕੀਤਾ, ਜਿਨ੍ਹਾਂ ਨੇ ਸੰਗ ਹੀ ਨਹੀਂ ਕੀਤਾ ਰੰਗਿਆਂ ਹੋਇਆਂ ਦਾ, ਗੁਰਮੁਖ ਪਿਆਰਿਆਂ ਦਾ, ਗੁਰੂ ਦੀ ਪਿਆਰੀ ਸੰਗਤ ਦਾ ਸੰਗ ਨਹੀਂ ਕੀਤਾ, ਕਦੀ ਉਦਮ ਹੀ ਨਹੀਂ ਕੀਤਾ ਕਿ ਗੁਰੂ ਘਰ ਆ ਕਰਕੇ ਹਾਜ਼ਰੀ ਭਰ ਲਈਏ, ਉਹ ਖਾਲੀ ਰਹਿ ਜਾਂਦੀਆਂ ਹਨ, ਉਹ ਗੁਣਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਉਹ ਅਕੇਲੜੀਆਂ ਭਾਈ, ਉਹ ਅਕੇਲੜੀਆਂ ਤਿਲਾਂ ਦੇ ਪੌਦਿਆਂ ਦੇ ਵਿੱਚੋਂ ਗੁਰਮੁਖੋ ਜਦੋਂ ਕਿਸਾਨ ਉਹ ਪੌਦੇ ਇਕੱਠੇ ਕਰਦਾ ਹੈ ਨਾ, ਤਿਲਾਂ ਦੀ ਫਸਲ ਇਕੱਠੀ ਕਰਦਾ ਹੈ, ਉਹ ਤਿਲ ਜਿਹੜੇ ਕਾਲੇ ਜਿਹੇ ਪੈ ਜਾਂਦੇ ਆ ਨਾ ਪਾਸੇ ਸੁੱਟ ਦਿੰਦਾ, ਕਿਉਂਕਿ ਉਹਨਾਂ ਦੇ ਵਿੱਚ ਤੇਲ ਹੀ ਨਹੀਂ ਹੁੰਦੇ। ਇਸੇ ਤਰ੍ਹਾਂ ਗੁਰਮੁਖੋ ਜਦੋਂ ਦਰਗਾਹ ਦੇ ਵਿੱਚ ਸਾਡੀ ਪ੍ਰਵਾਨਗੀ ਹੋਣੀ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ 'ਚ, ਤੇ ਜੇ ਸਾਡੇ ਵਿੱਚ ਸ਼ੁਭ ਗੁਣ ਨਾ ਹੋਏ, ਸਾਡੇ ਵਿੱਚ ਸ਼ੁਭ ਗੁਣ ਨਾ ਹੋਏ, ਨਿਮਰਤਾ ਨਾ ਹੋਈ, ਸਹਿਜ ਨਾ ਹੋਇਆ, ਸੰਤੋਖ ਨਾ ਹੋਇਆ, ਦਇਆ ਨਾ ਹੋਈ, ਇਹ ਗੁਰਮੁਖੋ ਸ਼ੁਭ ਗੁਣ ਹਨ। ਜੇ ਸਾਡੇ ਵਿੱਚ ਨਾ ਹੋਏ ਤੇ ਫਿਰ ਅਕੇਲੜੀਆਂ ਸਾਨੂੰ ਵੀ ਪਾਸੇ ਕੱਢ ਦੇਣਾ ਜੀ। ਇਸ ਕਰਕੇ ਭਾਈ ਸੰਗਤ ਕਰਿਆ ਕਰੋ ਗੁਰੂ ਦੀ, ਸਤ ਸੰਗਤ ਕਰਿਆ ਕਰੋ ਗੁਰੂ ਘਰ ਆ ਕੇ, ਗੁਰੂ ਦੀ ਗੱਲ ਨੂੰ ਸੁਣ ਕੇ ਮੰਨਿਆ ਕਰੋ। ਕਿਤੇ ਸਾਡਾ ਵੀ ਇਹ ਹਾਲ ਨਾ ਹੋ ਜਾਵੇ ਕਿ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਭਲਾ ਸਾਡੀ ਵੀ ਕੋਈ ਬਾਹ ਨਾ ਫੜਦਾ ਹੋਵੇ, ਕਿਤੇ ਇਕੱਲੇ ਜਿਹੀ ਨਾ ਰਹਿ ਜਾਈਏ। ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆ। ਸੰਗਤ ਨਹੀਂ ਕੀਤੀ, ਨਾਮ ਨਹੀਂ ਜਪਿਆ, ਗੁਰੂ ਘਰ ਨਹੀਂ ਆਏ, ਗੁਰਮੁਖੋ ਗੁਰੂ ਵਾਲੇ ਨਹੀਂ ਬਣੇ, ਗੁਰੂ ਦੇ ਨਾਲ ਮਿਲਾਪ ਨਹੀਂ ਹੋਇਆ, ਗੁਰੂ ਦੀ ਬਾਣੀ ਹਿਰਦੇ 'ਚ ਨਹੀਂ ਵਸੀ, ਤੇ ਕੀ ਹੋਇਆ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤਿੰਨ ਦੁੱਖ ਨਾ ਕਬੂ ਉਤਰੈ ਸੇ ਜਮ ਕੇ ਵਸ ਪੜੀਆਂ। ਉਹਨਾਂ ਦਾ ਦੁੱਖ ਕਦੀ ਲੱਥ ਹੀ ਨਹੀਂ ਸਕਦਾ, ਕਿਉਂਕਿ ਸੁੱਖਾਂ ਦੇ ਦਾਤੇ ਦਾ ਉਹਨਾਂ ਤਰਲਾ ਲਿਆ ਹੀ ਨਹੀਂ। ਸੁੱਖਾਂ ਦੇ ਦਾਤੇ ਕੋਲ ਆ ਕਰਕੇ ਝੋਲੀ ਅੱਡੀ ਨਹੀਂ, ਉਹਨਾਂ ਤੇ ਝੋਲੀ ਉੱਥੇ ਅੱਡ ਦਿੱਤੀ ਜਿੱਥੇ ਹੈ ਹੀ ਦੁੱਖ, ਜਿੱਥੇ ਹੈ ਹੀ ਦੁੱਖ। ਗੁਰਮੁਖੋ ਜੇ ਸੁੱਖ ਲੈਣੇ ਹਨ ਤੇ ਸੁੱਖਾਂ ਦੇ ਦਾਤੇ ਦੇ ਕੋਲੋਂ ਮਿਲਦੇ ਹਨ, ਤੇ ਸੁੱਖਾਂ ਦਾ ਦਾਤਾ ਹੈ ਸ਼ਬਦ ਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਤਿੰਨ ਦੁੱਖ ਨਾ ਕਬਹੂ ਉਤਰੈ। ਜਿਨ੍ਹਾਂ ਨੇ ਸੰਗਤ ਨਹੀਂ ਕੀਤੀ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜਾ ਜੀਵਨ ਬਤੀਤ ਕਰ ਚੁੱਕੇ ਹਨ ਉਹ ਵੀ ਤ੍ਰਿਗ ਹੈ, ਉਹਨਾਂ ਦਾ ਦੁੱਖ ਨਹੀਂ ਜੇ ਲੱਥਦਾ। ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਦੁੱਖ ਆ ਕੇ ਚੰਬੜ ਜਾਂਦੇ ਹਨ, ਉਹਨਾਂ ਦਾ ਖਹਿੜਾ ਨਹੀਂ ਛੱਡਦੇ। ਉਹਨਾਂ ਨੂੰ ਵਿਕਾਰ ਨਿੰਦਾ ਚੁਗਲੀ ਆ ਨਸ਼ਿਆਂ ਦੇ ਦੁੱਖ ਆ ਕੇ ਚੰਬੜ ਜਾਂਦੇ ਹਨ, ਉਹਨਾਂ ਦਾ ਖਹਿੜਾ ਨਹੀਂ ਛੱਡਦੇ। ਤੇ ਹੁੰਦਾ ਕੀ ਹੈ ਗੁਰਮੁਖੋ? ਇਹਨਾਂ ਵਿਕਾਰਾਂ ਦੇ ਵਿੱਚ ਫਸ ਕੇ, ਇਹਨਾਂ ਨਸ਼ਿਆਂ ਦੇ ਵਿੱਚ ਫਸ ਕੇ ਉਹਨਾਂ ਨੇ ਮਾੜੇ ਕਰਮ ਕੀਤੇ, ਮਾੜੇ ਤੇ ਮਾੜੇ ਕਰਮਾਂ ਦੇ ਕਰਕੇ ਫਿਰ ਜਮ ਕੈ ਵਸ ਪੜੀਆ। ਜਮਾਂ ਦੇ ਵਸ ਪੈਣਾ ਪਿਆ, ਜਮਾਂ ਦੀਆਂ ਸਜ਼ਾਵਾਂ ਮਿਲੀਆਂ ਗੁਰਮੁਖੋ, ਉਹਨਾਂ ਨੂੰ ਜਮਾਂ ਦੇ ਵਸ ਪੈਣਾ ਪਿਆ। ਤੇ ਜਿਉਂਦੇ ਜੀ ਵੀ ਉਹ ਜਮਾਂ ਦੀ ਲਪੇਟ ਦੇ ਵਿੱਚ ਆ ਗਏ। ਉਹ ਕਿਹੜੇ ਜਮ ਹਨ? ਉਹ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ।
ਉਹਨਾਂ ਦਾ ਖਹਿੜਾ ਹੀ ਨਹੀਂ ਛੱਡਦੇ। ਹਮੇਸ਼ਾ ਲੋਭ ਦੇ ਵਿੱਚ, ਹਮੇਸ਼ਾ ਕਾਮ ਦੇ ਵਿੱਚ, ਹਮੇਸ਼ਾ ਕ੍ਰੋਧ ਦੇ ਵਿੱਚ ਰਹਿੰਦੇ ਹਨ। ਕਿਉਂ? ਕਿਉਂਕਿ ਉਹਨਾਂ ਨੇ ਸੰਗਤ ਨਹੀਂ ਕੀਤੀ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀ ਆਹ, ਤਿਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀ ਆਹ। ਕਦੀ ਦੁੱਖ ਨਹੀਂ ਉਤਰਦਾ, ਉਹਨਾਂ ਨੂੰ ਜਮਾਂ ਦੇ ਵਸ ਪੈਣਾ ਪੈਂਦਾ ਹੈ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ। ਤੇ ਜਿਨ੍ਹਾਂ ਨੇ ਸੰਗਤ ਕਰ ਲਈ, ਜਿਨ੍ਹਾਂ ਦਾ ਮਿਲਾਪ ਆਪਣੇ ਪ੍ਰਭੂ ਪਤੀ ਖਸਮ ਦੇ ਨਾਲ ਹੋ ਗਿਆ। ਸਤ ਸੰਗਤ ਜੀ, ਆਰੰਭ ਦੇ ਵਿੱਚ ਬੇਨਤੀ ਕੀਤੀ ਸੀ, ਮਿਲਾਪ ਅਸਲ ਦੇ ਵਿੱਚ ਉਹ ਹੈ ਜਿੱਥੇ ਸਰੀਰ ਦੋ ਹੋ ਜਾਣ ਤੇ ਜੋਤ ਇੱਕ ਹੋ ਜਾਵੇ। ਮਿਲਾਪ ਅਸਲ ਦੇ ਵਿੱਚ ਉਹ ਹੈ ਜਿੱਥੇ ਵਿਚਾਰਧਾਰਾ ਸਾਡੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸਾਂਝੀ ਹੋ ਜਾਵੇ। ਮਿਲਾਪ ਅਸਲ ਦੇ ਵਿੱਚ ਉਹ ਹੈ ਜਿਸ ਦਿਨ ਬਾਣੀ ਸਾਡੇ ਹਿਰਦੇ 'ਚ ਵਸ ਜਾਵੇ। ਤੇ ਜਿਸ ਦਿਨ ਬਾਣੀ ਸਾਡੇ ਹਿਰਦੇ 'ਚ ਵਸ ਗਈ, ਫਿਰ ਗੁਰਮੁਖੋ ਸਤਿਗੁਰੂ ਜੀ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ ਕਿ ਜਿਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਦਾ ਮਿਲਾਪ ਹੋ ਗਿਆ ਸੇ ਦਿਸਨ ਨਿਤ ਖੜੀਆ। ਗੁਰਮੁਖੋ ਖਰੀਆਂ ਹੋ ਗਈਆਂ, ਖਰੀਆਂ। ਇੱਕ ਪੈਸਾ ਖੋਟਾ ਤੇ ਇੱਕ ਪੈਸਾ ਖਰਾ। ਖੋਟੇ ਪੈਸੇ ਦਾ ਮੁੱਲ ਕੋਈ ਨਹੀਂ ਤੇ ਖਰੇ ਪੈਸੇ ਦਾ ਮੁੱਲ ਹੈ। ਜਿਸ ਤਰ੍ਹਾਂ ਅੱਜ ਕੱਲ੍ਹ ਗੁਰਮੁਖੋ ਨਕਲੀ ਨੋਟ ਜਿਹਦੇ ਕੋਲ ਆਜੇ ਪਛਤਾਉਂਦਾ ਰਹਿੰਦਾ ਕਿ ਹੁਣ ਕੀ ਕਰਾਂ। ਧੋਖਾ ਕਰਨ ਵਾਲੇ ਦੇ ਦਿੰਦੇ ਹਨ। ਅਸਲੀ ਦੀ ਕੀਮਤ ਹੈ, ਨਕਲੀ ਦੀ ਕੀਮਤ ਨਹੀਂ। ਇਸੇ ਤਰ੍ਹਾਂ ਗੁਰਮੁਖੋ ਜਿਨ੍ਹਾਂ ਦੇ ਕੋਲ ਗੁਣ ਹਨ, ਜਿਨ੍ਹਾਂ ਨੇ ਗੁਰੂ ਦੀ ਬਾਣੀ ਸੁਣ ਕੇ ਮੰਨ ਲਈ, ਕਰਮ ਚੰਗੇ ਕਮਾ ਲਏ, ਉਹ ਖਰੇ ਹੋ ਗਏ, ਖਰੇ। ਉਹ ਗੁਰਮੁਖੋ ਸ਼ੁੱਧ ਹੋ ਗਏ, ਸ਼ੁੱਧ। ਅਸਲ ਦੇ ਵਿੱਚ ਉਹ ਖਾਲਸੇ ਬਣ ਗਏ, ਖਾਲਸੇ। ਅਸੀਂ ਬੜੇ ਚਾਅ ਨਾਲ ਆਪਣੇ ਆਪ ਨੂੰ ਕਹਿੰਦੇ ਆ ਨਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਹਾਂ। ਤੇ ਕਹਿਣਾ ਚਾਹੀਦਾ ਹੈ ਭਲਿਓ, ਮਾਣਨਾ ਕਿਆ ਕਰੋ ਮਾਣਨਾ। ਪਰ ਖਾਲਸਾ ਕੀ ਹੈ? ਖਾਲਸਾ ਜੇ ਸ਼ੁੱਧ, ਖਾਲਸਾ ਉਹ ਜੇ ਜਿਹਦੇ ਕੋਲ ਵਿਕਾਰ ਨਹੀਂ ਹੈਗੇ। ਖਾਲਸਾ ਉਹ ਜੇ ਜੋ ਗੁਰਮੁਖੋ ਠੱਗੀਆਂ ਨਹੀਂ ਮਾਰਦਾ। ਖਾਲਸਾ ਉਹ ਜੇ ਜੋ ਝੂਠ ਨਹੀਂ ਬੋਲਦਾ। ਖਾਲਸਾ ਉਹ ਜੇ ਜਿਹਦਾ ਪ੍ਰੇਮ ਗੁਰੂ ਦੇ ਨਾਲ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ। ਉਹ ਖਰੀਆਂ ਹੋ ਗਈਆਂ, ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਬੂਲ ਕਰ ਲਿਆ ਹੈ। ਕਿਉਂ ਜੀ? ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆਂ। ਉਹ ਕਬੂਲ ਕਿਉਂ ਹੋ ਗਈਆਂ? ਉਹ ਜੀਵ ਇਸਤਰੀਆਂ ਖਸਮ ਦੀ ਦਰਗਾਹ ਦੇ ਵਿੱਚ ਕਿਉਂ ਕਬੂਲ ਹੋ ਗਈਆਂ? ਕਿਉਂਕਿ ਗੁਰਮੁਖੋ ਉਹਨਾਂ ਨੇ ਸ਼ਿੰਗਾਰ ਕੀਤਾ, ਸ਼ਿੰਗਾਰ। ਤੇ ਦੁਨਿਆਵੀ ਸ਼ਿੰਗਾਰ ਨਹੀਂ ਕੀਤਾ, ਦੁਨਿਆਵੀ ਸ਼ਿੰਗਾਰ ਨਹੀਂ ਕੀਤਾ, ਬਾਹਰੀ ਸ਼ਿੰਗਾਰ ਨਹੀਂ ਕੀਤਾ। ਉਹਨਾਂ ਨੇ ਅੰਤਰੀਵ ਸ਼ਿੰਗਾਰ ਕਰ ਲਿਆ। ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆ। ਸ਼ੁਭ ਗੁਣੀ ਰਤਨ ਉਹਨਾਂ ਨੇ ਗੁਰਮੁਖੋ ਆਪਣੇ ਹਿਰਦੇ 'ਚ ਵਸਾ ਲਏ। ਸ਼ੁਭ ਗੁਣ, ਮਿੱਠਾ ਬੋਲਣਾ, ਨਿਵ ਕੇ ਚੱਲਣਾ, ਖਸਮ ਦੀ ਰਜ਼ਾ ਦੇ ਵਿੱਚ ਰਹਿਣਾ, ਇਹ ਉਹਨਾਂ ਨੇ ਗਹਿਣੇ ਪਾ ਲਏ, ਇਹ ਉਹਨਾਂ ਨੇ ਸ਼ਿੰਗਾਰ ਪਾ ਲਿਆ। ਪੁੱਛਿਆ ਸੀ ਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕੀਤੀ। ਸਤ ਸੰਗਤ ਜੀ ਤਰਲਾ ਲਿਆ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੇ ਵਿੱਚ ਕਿਰਪਾ ਕਰਦੇ ਹਨ। ਨੇਵਨ ਸੁਅਖਰ ਖਵਨ ਗੁਣ ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਸੱਚੇ ਪਾਤਸ਼ਾਹ ਸਾਨੂੰ ਦੱਸ ਕਿ ਸਾਡਾ ਖਸਮ ਸਾਡੇ ਵਸ ਕਿੱਦਾਂ ਆ ਸਕਦਾ ਹੈ। ਤੇ ਸਤਿਗੁਰੂ ਧੰਨ ਧੰਨ ਭਗਤ ਫਰੀਦ ਜੀ ਦੀ ਰਸਨਾ ਤੋਂ ਕਿਰਪਾ ਕਰਦੇ ਹਨ। ਨੇਵਨ ਸੁਅਖਰ ਖਵਨ ਗੁਣ ਜਿਹਬਾ ਮਣੀਆਂ ਮੰਤ। ਨਿਮਰਤਾ ਹੋਵੇ ਗੁਰਮੁਖੋ, ਨਿਮਰਤਾ, ਘੁਲ ਮਿਲ ਜਾਣ ਦਾ ਗੁਣ ਹੋਵੇ। ਨਿਵਣ ਸੁਅਖਰ ਖਵਨ ਗੁਣ ਤੇ ਜੇਬਾ ਮਣੀਆਂ ਮੰਤ। ਸਾਡੀ ਰਸਨਾ ਮਿੱਠਾ ਬੋਲੇ, ਮਿੱਠਾ। ਸਾਡੇ ਵਿੱਚ ਨਿਮਰਤਾ ਆਵੇ। ਆ ਦੁਨਿਆਵੀ ਪਤੀ ਤੇ ਕੀ, ਉਹ ਅਕਾਲ ਪੁਰਖ ਪਰਮਾਤਮਾ ਵੀ ਵਸ ਦੇ ਵਿੱਚ ਆ ਜਾਂਦਾ ਜੇ, ਉਹ ਵੀ ਵਸ ਦੇ ਵਿੱਚ ਆ ਜਾਂਦਾ ਜੇ। ਕਿਉਂ? ਕਿਉਂਕਿ ਉਹ ਸ਼ਿੰਗਾਰ ਕਰ ਲਿਆ ਜਿਹੜਾ ਉਹਨੂੰ ਭਾ ਗਿਆ। ਰਤਨ ਜਵੇਹਰ ਲਾਲ ਹਰ, ਹਰੀ ਪਰਮਾਤਮਾ ਦਾ ਨਾਮ, ਇਹਦੇ ਤੋਂ ਵੱਡਾ ਕੋਈ ਰਤਨ ਨਹੀਂ। ਹਰੀ ਪਰਮਾਤਮਾ ਦਾ ਨਾਮ, ਇਹਦੇ ਤੋਂ ਵੱਡੇ ਕੋਈ ਗਹਿਣੇ ਨਹੀਂ। ਹਰੀ ਪਰਮਾਤਮਾ ਦਾ ਨਾਮ, ਇਹਦੇ ਤੋਂ ਵੱਡਾ ਕੋਈ ਲਾਲ ਨਹੀਂ। ਤੇ ਕੀ ਕੀਤਾ? ਉਸ ਨਾਮ ਨੂੰ ਆਪਣੀ ਕੰਠ ਦੇ ਵਿੱਚ ਜੜ ਲਿਆ, ਉਸ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਤੇ ਕੀ ਹੋਇਆ ਫਿਰ? ਪਰਮਾਤਮਾ ਨੇ ਉਹਨਾਂ ਨੂੰ
कबूल कर लिया। उन्हां दा मिलाप हो गया, उन्हां दी हिरदे रूपी सेजा ते प्रभु परमात्मा दा वासा हो गया। सतगुरु सच्चे पातशाह जी दी किरपा दे सदका। ते फिर की बेनती करिए सच्चे पातशाह, कर किरपा नानक बांछै धूड़ तेना, प्रभ सरनी दर पड़िया। फिर आपां भी तरला लेना है कि सच्चे पातशाह सानू उन्हां दे चरनां दी धूड़ बख्श दे जिन्हां ने तेरी शरण ग्रहण कर लई। सानू उन्हां दे चरनां दी धूड़ बख्श दे जिन्हां ने शिंगार कीता जिहड़ा तैनू भाउंदा है परमात्मा। सानू उन्हां दे चरनां दी धूड़ बख्श दे जिन्हां दे हिरदे दे विच गुण हन, जिन्हां दे हिरदे च बाणी है ते जिन्हां ने रतन जवेहर लाल हर हरि परमात्मा दे नाम दा शिंगार कीता होया है। अंतरजामी पुरख विधाते सरदा मन की पूरे, नानक दास यह सुख मांगै मोको कर संतन की धूरे। ये बेनती करया करिए, नानक बांछे धूड़ तिन प्रभ सरनी दर पड़िया। प्रभु परमात्मा दी शरण च पैण वालियां दी उन्हां दे चरनां दी धूड़ मंगिया करिए। क्यों? क्योंकि संगत करिए ते सानू भी संगत दा रंग लग जावे। किसी प्यारे दी संगत करिए ते असीं भी नाम दे धारी हो जाइए। किसी रंगे होए दे नाल तुर जाइए ते सानू भी रंग लग जावे। ये अरदास ये बेनती करिए। मंगर प्रभ आराधना बहुड़ ना जनमड़िया। सच्चे पातशाह एक मन दे विच तोखला जिहा बनिया रहिंदा है कि गुरबाणी ने सानू समझाया, कई जन्म कह भय कीट पतंगा, कई जन्म गज मीन कुरंगा, कई जन्म पंखी सरप होयो, कई जन्म हैवर बिख जोयो। सच्चे पातशाह इन्नियां जूना भोग के आए, कदी कीड़े बन गए, कदी पतंगे बन गए, कदी रुख, कदी पत्थर। ये 84 लाख जून भोग के आए ते तरस पिया काल पुरख परमात्मा दा ते सानू ये मनुखा जन्म मिल गया। सच्चे पातशाह सहम है डर दे विच, मन दे विच डर है। सच्चे पातशाह किरपा कर किते दोबारा सानू 84 दे चक्कर च ना पैना पै जावे। अपने चरनां च अभेद कर लई ते सतगुरु जी कहंदे भलिओ सुनो, सुन के मनो ते की होवेगा। मंगर प्रभ आराधना बहुड़ ना जनमड़िया। प्रभु परमात्मा नू आराध्या करो, ओदा नाम जपिया करो, ओदा सिमरन करया करो, बहुड़ ना जनमड़िया। दोबारा फिर जन्म मरण दे चक्कर च नहीं पैना पवेगा। ते विद्वान वीरां ने इत्थे भी अर्थ कीते, गुरमुखो झगड़े च नहीं पैना चाहिदा। ये नहीं कहना चाहिए तू गलत ते मैं सही। गुरमुखो गुरु दी सिक्ख्या इहदा अंती कोई नहीं, जिन्नी मिले लै लिया करो। कोई विद्वान माड़ा नहीं, कोई कथावाचक माड़ा नहीं, सारे चंगे हन। आपो अपनी सोच है। जिन्नी क कोई उडारी मारदा है, जिन्नी क कोई चुब्बी मारदा है, उन्ने क रतन कढ लिआउंदा है। ये ते अथाह सागर है। विद्वान वीर दसदे कि भाई जदों साडे गुण चले जांदे आ ना, सानू गुस्सा आ जाता है, उस वेले साडे अंदरों सहज निम्रता चले जाती है। सानू क्रोध आ जाता है, साडे च नफरत भर जाती है। सानू लोभ आ जाता है, साडी दया दूर हो जाती है। ये भी जन्म मरण का चक्कर है। भाव के गुण साडे मर गए ते अवगुण साडे विच आ गए। सच्चे पातशाह सानू इन्हां तो भी मुक्त कर दे। ते सतगुरु जी कहंदे भलिया इन्हां तो मुक्ति भी नाम दे नाल मिलनी हो। मगर प्रभ आराधना बहुड़ ना जनमड़िया। नाम जपिया करो, सिमरन करया करो, सहज अवस्था की प्राप्ति होवेगी। मन कदी डोलेगा नहीं। अकाल पुरख परमात्मा के चरनां च भा जावांगे। अखीर दे विच फिर एक बेनती दास आप जी के चरनां च करेगा कि मगर महीने दे मुख रख करके अज गुरु घर हाजरी भरी है। ते अज दे महीने च सतगुरु सच्चे पातशाह जी ने यही कृपा की कि गुरमुखो गुरु वाले बन जाओ, गुरु वाले बन जाओ। मिलाप गुरु दे नाल हो जावे ते मिलाप साडा दिलों होवे, असीं अंदरों जुड़ जाइए परमात्मा दे नाल। बाणी अते बाणे दे धारनी बणीए, अमृत छकीए, गुरु वाले बणीए। आ नशियां नूं छड्ड करके गुरु दे चरनां दे नाल जुड़ीए। जे नशा लाउणा है ते बाणी दा लाओ, जे नशा लाउणा है ते नाम दा लाओ। गुरमुखो जिहदा कोई लाभ भी है, आ बाहरी नशियां ने नुकसान ही कीता, कदी फायदा नहीं कीता। अकाली दिवाली दीयां खबरां किन्नियां आ गईयां। एक परिवार दे विच गुरमुखो लड़ाई झगड़ा होया, उन्हें शराब पी लई, टैंकी ते चढ़ के
करके छाल मार दी, अपनी घर दी नूं मारिया, अपनी धी नूं मारिया। ये की मिलता सानू इहो जे नशियां तो? कुछ नहीं जे मिलता गुरमुखो। गुरु वाले बन जाइए, गुरु वाले छड्ड दईए नशियां नूं। आ शराब आदिक जिन्ने भी नशे हैं गुरमुखो, इन्हां सारियां नूं छड्ड के गुरु दा तरला लईए। सच्चे पातशाह सानू अपने बना, अपने सानू बाणी दा नशा बख्श, सानू सेवा ते सिमरन दी दात बख्श दे। ये तरले लिया करो गुरमुखो। जदों ये तरले गुरु परमात्मा दे दर ते कबूल हो गए, असीं सिख बन गए, असीं गुरु वाले बन गए, बाणी साडे हिरदे च वस गई। छड्ड दिता असीं गुरमुखो दमियां पखंडियां मड़ियां मसाणियां धागे तवीतां वालियां नूं, कि समझो पे साडी मस्या मनाया भी प्रवान हो गई ते साडी संगरांद मनाई भी प्रवान हो गई। इन्नियां क बेनतियां दर प्रवान करनियां। कथा विचार करदे अनेकां भुल्लां होईयां। गुरु रूप गुरु प्यारी साध संगत बख्शनहार है। देहो सज्जन असीसड़ियां, ज्यों होवे साहिब स्यो मेल। धन साहिब श्री गुरु ग्रंथ साहिब जी बख्शनहार हन। सतगुरु जी करो कृपा, सिखां दा मन नीवा, मत उच्ची मत पद दे राखे आप वाहिगुरू। नानक बांछै धूड़ तिन्ना, प्रभ सरणी दर पड़िया। मगर प्रभ आराधना, बहुड़ ना जनमड़िया। वाहिगुरु जी का खालसा, वाहिगुरु जी की फतेह। सतनाम वाहिगुरु, सतनाम वाहिगुरु। 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 सतनाम वाहिगुरु, सतनाम वाहिगुरु।